ਧੰਨ ਵਾਹਿਗੁਰੂ ਸਾਹਿਬ ਜੀ। ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੂਬੈ ਤਸ ਕਰ ਨਹੀਂ ਲੇਵੈ। ਪਾ ਨ ਸਕੈ ਜਾਲੇ, ਨਿਰਧਨ ਕੋ ਧਨ ਅੰਧਲੇ ਕੋ ਟਿਕ। ਮਾਤ दूध जैसे बाले, सागर में बोहित पायो हर नानक। करी कृपा कृपाले, सतनाम। ਧੰਨ ਵਾਹਿਗੁਰੂ ਸਾਹਿਬ ਜੀ। ਹਰ ਤੀਜੜੀ ਲਾਮ ਮਨ ਚਾਉ ਭਇਆ, ਬੈਰਾਗੀਆ ਬਲਰਾਮ ਜੀਓ। ਸੰਤ ਜਨਾ ਹਰ ਮੇਲ, ਹਰ ਪਾਇਆ ਵਡ ਭਾਗੀਆਂ ਬਲਰਾਮ ਜੀਓ। ਨਿਰਮਲ ਹਰ ਪਾਇਆ, ਹਰ ਗੁਣ ਗਾਇਆ। ਮੁਖ ਬੋਲੀ ਹਰ ਬਾਣੀ, ਸੰਤ ਜਨਾ ਵਡ ਭਾਗੀ ਪਾਇਆ। ਹਰ ਕਥੀਐ ਅਕਥ ਕਹਾਣੀ, ਹਿਰਦੈ ਹਰ 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 ਧੁਨ ਉਪਜੀ। ਹਰ ਜਪਿਐ ਮਸਤਕ ਭਾਗ ਜਿਉ, ਜਨ ਨਾਨਕ ਬੋਲੇ ਤੀਜੀ ਲਾਵੈ। ਹਰ ਉਪਜੈ ਮਨ ਬੈਰਾਗ ਜਿਉ, ਜਨ ਨਾਨਕ ਬੋਲੇ ਤੀਜੀ ਲਾਵੈ। ਹਰ ਉਪਜੈ ਮਨ ਬੈਰਾਗ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਪਾਕ ਹਜ਼ੂਰੀ ਦੇ ਵਿੱਚ ਸਵਾਈਮਾਨ ਹੋਏ ਬੈਠੇ ਸਤਸੰਗੀ ਜਨੋਂ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਮਨੁੱਖਾ ਜੀਵਨ ਦਾ ਇਹ ਅਮੋਲਕ ਸਮਾਂ ਜੋ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ, ਇਸ ਸਮੇਂ ਨੂੰ ਸਫਲਾ ਕਰਨ ਲਈ ਗੁਰੂ ਗੋਦ, ਗੁਰੂ ਹਜ਼ੂਰੀ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਇਹ ਪਾਵਨ ਪਵਿੱਤਰ ਵਿਚਾਰ ਅਸੀਂ ਸਰਵਣ ਕਰਦੇ ਆ ਰਹੇ ਹਾਂ, ਜੋ ਆਨੰਦ ਕਾਰਜ ਵੇਲੇ ਚਾਰ ਲਾਵਾਂ ਹੁੰਦੀਆਂ ਹਨ। ਅੱਜ ਆਪਾਂ ਤੀਜੀ ਲਾਮ ਦਾ ਮੂਲ ਪਾਠ ਸਰਵਣ ਕੀਤਾ ਹੈ। ਆਓ ਇਸ ਪਾਵਨ ਲਾਭ ਦੀ ਜੋ ਵਿਚਾਰ ਹੈ ਉਸ ਨਾਲ ਜੁੜਾਂਗੇ। ਮਨੋਵਰਤੀਆਂ ਇਕਾਗਰ ਕਰੋ, ਸਾਹਿਬਾਂ ਨੂੰ ਝੁਕਾਓ ਸੀਸ, ਲਵਾਓ ਹਾਜ਼ਰੀਆਂ, ਫਤਿਹ ਦੀ ਸਾਧਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਨੇ ਇਸ ਪਾਵਨ ਪਵਿੱਤਰ ਤੀਜੀ ਲਾਮ ਦੇ ਰਾਹੀਂ ਸਾਨੂੰ ਪ੍ਰਭੂ ਨਾਲ ਜੁੜਨ ਵਾਸਤੇ ਆਖਿਆ ਕਿ ਮਨ ਦੇ ਅੰਦਰ
ਜਦੋਂ ਬੈਰਾਗ ਦਾ ਜਨਮ ਹੁੰਦਾ ਹੈ ਤੇ ਉਸ ਵੇਲੇ ਅੰਦਰ ਇੱਕ ਚਾਉ, ਉਤਸ਼ਾਹ, ਉਮੰਗ, ਤਾਂਗ ਇਹ ਮਨੁੱਖ ਦੇ ਅੰਦਰ ਪ੍ਰਭੂ ਮਿਲਾਪ ਲਈ ਪੈਦਾ ਹੁੰਦੀ ਹੈ। ਅਸੀਂ ਜਦੋਂ ਸੰਸਾਰ ਨੂੰ ਧਿਆਨ ਨਾਲ ਤੱਕਾਂਗੇ ਤੇ ਇੱਥੇ ਇੱਕ ਰਾਗ ਹੈ, ਇੱਕ ਬੈਰਾਗ ਹੈ। ਰਾਗ ਦਾ ਅਰਥ ਹੈ ਸੰਸਾਰ ਦੇ ਇਹਨਾਂ ਪਦਾਰਥਾਂ ਨਾਲ ਖਿੱਚ। ਆਓ ਕਿ ਜਿਵੇਂ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਰਾਗ ਗਾਇਆ ਜਾਂਦਾ ਹੈ ਉਹ ਆਪਣੇ ਵੱਲ ਖਿੱਚਦਾ ਹੈ, ਉਤਸ਼ਾਹਿਤ ਕਰਦਾ ਹੈ ਮਨੁੱਖ ਨੂੰ। ਇਸ ਤਰ੍ਹਾਂ ਇਹ ਜਿਹੜੇ ਪਦਾਰਥ ਨੇ, ਸੰਸਾਰ ਦਾ ਰੂਪ, ਰੰਗ, ਧਨ, ਪਦਾਰਥ, ਇਹ ਸਾਰੇ ਦੇ ਸਾਰੇ ਆਪਣੇ ਵੱਲ ਮਨੁੱਖ ਨੂੰ ਖਿੱਚਦੇ ਹਨ, ਆਪਣੇ ਪਿਆਰ ਵਿੱਚ ਫਸਾਉਂਦੇ ਹਨ। ਔਰ ਜਿਹੜਾ ਮਨੁੱਖ ਇਹਨਾਂ ਦੇ ਪਿਆਰ ਦੇ ਵਿੱਚ ਫਸ ਜਾਂਦਾ ਹੈ ਉਸਦੇ ਅੰਦਰ ਵੀ ਇੱਕ ਜਿਹਨਾਂ ਬੈਰਾਗ ਪੈਦਾ ਹੁੰਦਾ ਹੈ, ਜਦੋਂ ਉਹ ਸਾਰੀਆਂ ਮਿਲੀਆਂ ਹੋਈਆਂ ਚੀਜ਼ਾਂ ਮਨੁੱਖ ਕੋਲੋਂ ਚਲੀ ਜਾਂਦੀਆਂ ਹਨ। ਆਓ ਕਿ ਮਾਤਾ ਪਿਤਾ, ਸਾਕ ਸੰਬੰਧੀ ਜਿਨ੍ਹਾਂ ਦੇ ਨਾਲ ਸਾਡਾ ਪਿਆਰ ਹੁੰਦਾ ਹੈ, ਜੇ ਕਿਤੇ ਉਹਨਾਂ ਵਿੱਚੋਂ ਕੋਈ ਸਾਨੂੰ ਵਿਛੋੜਾ ਦੇ ਜਾਏ ਤੇ ਉਸ ਵੇਲੇ ਵੀ ਸਾਡੇ ਅੰਦਰ ਇੱਕ ਬੈਰਾਗ ਪੈਦਾ ਹੁੰਦਾ ਹੈ। ਸਾਡੇ ਅੱਖਾਂ ਵਿੱਚੋਂ ਅਥਰੂ ਨਿਕਲਦੇ ਹਨ। ਪਰ ਉਹ ਜਿਹੜਾ ਬੈਰਾਗ ਹੈ, ਉਹ ਬੈਰਾਗ ਕਦੀ ਮੁੜ ਕੇ ਸਾਡਾ ਮਿਲਾਪ ਨਹੀਂ ਕਰਾ ਸਕਦਾ। ਜਿਹੜਾ ਵੀ ਪ੍ਰਾਣੀ ਸਾਡੇ ਵਿੱਚੋਂ ਚਲਾ ਗਿਆ ਉਹਨੂੰ ਮੁੜ ਕੇ ਵਾਪਸ ਨਹੀਂ ਲਿਆ ਸਕਦਾ, ਭਾਵੇਂ ਆਪਾਂ ਜਿਤਨੇ ਮਰਜ਼ੀ ਰੋਕ ਕੇ ਆਖੀਏ ਵੀ ਸਾਨੂੰ ਬਹੁਤ ਵੱਡਾ ਘਾਟਾ ਪਿਆ, ਪਰ ਉਸ ਦੇ ਵਿੱਚ ਮਿਲਾਪ ਨਹੀਂ ਹੈ। ਪਰ ਇੱਕ ਹੈ ਪਰਮਾਤਮਾ ਦਾ ਬੈਰਾਗ ਪੈਦਾ ਹੋ ਜਾਣਾ, ਜਿਸਨੂੰ ਬਾਣੀ ਕਹਿੰਦੀ ਹੈ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਕਬੀਰ ਜਿਸ ਪਿੰਜਰ ਮੈਂ ਬਿਰੋ ਨਹੀਂ, ਸੋ ਤਨ ਜਾਣ ਮਸਾਨ। ਅਸਲ ਵਿੱਚ ਤੁਸੀਂ ਦੇਖੋਗੇ ਕਿ ਬਵਿਹਾ ਵੀ ਪ੍ਰੋ ਕਰਦਾ ਹੈ। ਇਹ ਸਾਰੇ ਆਪਣੇ ਵਿਛੋੜੇ ਨੂੰ ਚੇਤੇ ਕਰਦੇ ਨੇ। ਕੋਇਲ ਵੀ ਪ੍ਰੋ ਕਰਦੀ ਹੈ। ਤੇ ਉਹ ਇੱਥੇ ਤੱਕ ਕਹਿੰਦੇ ਨੇ ਬਾਬਾ ਫਰੀਦ ਜੀ ਵੀ, ਕਾਲੀ ਕੋਇਲ ਤੂੰ ਕਿਤ ਗੁਣ ਗਾਲੀ, ਆਪਣੇ ਪ੍ਰੀਤਮ ਕਹਿਹੂੰ ਬਿਰਹਿ ਜਾਲੀ। ਵੀ ਮੇਰਾ ਰੰਗ ਜੋ ਕਾਲਾ ਹੋਇਆ ਤੇ ਮੇਰੇ ਪ੍ਰੀਤਮ ਦੇ ਵਿਛੋੜੇ ਕਰਕੇ ਹੋਇਆ। ਬਵਿਆ ਵੀ ਪ੍ਰੋ ਕਰਦਾ ਹੈ। ਇਹ ਸਾਰੇ ਕਰਦੇ ਨੇ ਆਪਣੇ ਪ੍ਰੀਤਮ ਦੇ ਪਿਆਰ ਕਰਕੇ, ਤੇ ਪਿਆਰ ਵੱਲੋਂ ਸੱਚ ਜਾਣਨਾ। ਮਨੁੱਖ ਜੇ ਪ੍ਰੋ ਕਰਦਾ, ਮਨੁੱਖ ਬੋਲਦਾ, ਉਹ ਸੰਸਾਰ ਕਰਕੇ ਬੋਲਦਾ ਹੈ। ਔਰ ਸੰਸਾਰ ਦੇ ਵਿੱਚ ਪੈਦਾ ਕੀਤਾ ਹੋਇਆ ਇਹ ਬੈਰਾਗ, ਸਗੋਂ ਗੁਰਬਾਣੀ ਸਾਨੂੰ ਇਹ ਗੱਲ ਸਮਝਾਉਂਦੀ ਹੈ ਕਿ ਇੱਕ ਗੱਲ ਧਿਆਨ ਰੱਖੇ ਜੀਵਨ ਦੇ ਅੰਦਰ, ਇਹ ਜਿਹੜੀ ਚੀਜ਼ਾਂ ਤੇਰੇ ਕੋਲ ਨੇ ਇਹ ਸਾਰੀਆਂ ਦੀਆਂ ਸਾਰੀਆਂ ਨਾਸਵੰਤ ਨੇ। ਇੱਕ ਦਿਨ ਤੇਰੇ ਕੋਲੋਂ ਇਹ ਸਾਰੀਆਂ ਖੋਲੀਆਂ ਜਾਣਗੀਆਂ। ਇਸ ਕਰਕੇ ਇਹਨਾਂ ਦੇ ਵਿੱਚ ਤੂੰ ਬੈਰਾਗ ਕਰੇਗਾ, ਤੇਰੇ ਅੰਦਰ ਕਦੇ ਚਾਉ ਮਿਲਾਪ ਦਾ ਪੈਦਾ ਨਹੀਂ ਹੋ ਸਕਦਾ। ਪਰ ਇੱਕ ਪਰਮਾਤਮਾ ਦਾ ਬੈਰਾਗ ਹੈ। ਔਰ ਬੈਰਾਗ ਨੂੰ ਸੁਲਤਾਨ ਕਿਹਾ, ਬਾਦਸ਼ਾਹ ਕਿਹਾ। ਬੈਰਾਗ ਨੂੰ ਸਭ ਤੋਂ ਉੱਚ ਪਦਵੀ ਪ੍ਰਾਪਤ ਹੋਈ। ਅਸਲ ਵਿੱਚ ਗੁਰੂ ਸਾਹਿਬ ਇੱਥੇ ਸਮਝਾਉਣਾ ਚਾਹੁੰਦੇ ਨੇ, ਹਰ ਤੀਜੜੀ ਲਾਉ ਮਨ ਚਾਉ ਭਇਆ, ਬੈਰਾਗਿਆ ਬਲਰਾਮ ਜੀਓ। ਬਲ ਦਾ ਅਰਥ ਹੈ ਕੁਰਬਾਨ ਜਾਣਾ, ਰਾਮ ਦਾ ਅਰਥ ਹੈ ਹੇ ਰਾਮ ਜੀ, ਹੇ ਪ੍ਰਭੂ ਜੀ, ਮੈਂ ਤੇਤੋਂ ਸਦਕੇ ਹਾਂ, ਕੁਰਬਾਨ ਹਾਂ। ਤੇਰੀ ਮਿਹਰ ਦੇ ਨਾਲ ਬੈਰਾਗਵਾਨਾਂ ਦੇ ਮਨ ਵਿੱਚ ਤੇਰੇ ਮਿਲਾਪ ਲਈ ਤਾਂਘ ਪੈਦਾ ਹੁੰਦੀ ਹੈ। ਇਹ ਆਤਮਿਕ ਅਵਸਥਾ ਦੇ ਵਾਲੀ ਜਿਹੜੀ ਅਵਸਥਾ ਹੈ, ਆਤਮਿਕ ਜੀਵਨ ਵਾਲੀ, ਪ੍ਰਭੂ ਪਤੀ ਦੇ ਮਿਲਾਪ ਦੀ ਤੀਜੀ ਲਾਮ ਹੈ। ਹਰ ਤੀਜੜੀ ਲਾਮ। ਆਓ ਕਿ ਮਨ ਦੇ ਅੰਦਰ ਪਰਮਾਤਮਾ ਦੇ ਮਿਲਣ ਦੀ ਤਾਂਘ ਪੈਦਾ ਹੋਣੀ ਬੈਰਾਗਵਾਨਾਂ ਦੇ ਅੰਦਰ, ਜਿਨ੍ਹਾਂ ਨੂੰ ਬੈਰਾਗ ਇਸ ਗੱਲ ਦਾ ਕਿ ਅਸੀਂ ਰੱਬ ਨਾਲੋਂ ਵਿਛੜੇ ਹੋਏ ਹਾਂ।
ਜਿਨ੍ਹਾਂ ਦੇ ਅੰਦਰ ਇਹ ਵੈਰਾਗ ਪੈਦਾ ਹੋਇਆ, ਉਹਨਾਂ ਨੇ ਕਹਿ ਦਿੱਤਾ ਆਪਣੀ ਬਾਣੀ ਵਿੱਚ ਕਿ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹ ਪਰ ਦੇਖਣ ਕੀ ਆਸ। ਉਹਨਾਂ ਨੇ ਕਹਿ ਦਿੱਤਾ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਬਦਾਸ, ਆਸ ਲਗ ਜੀਵੋਂ ਚਿਰ ਪਇਓ ਦਰਸ਼ਨ ਦੇਖੇ। ਅੰਦਰ ਇੱਕ ਵੈਰਾਗ ਪੈਦਾ ਹੋਇਆ ਵਿਛੋੜੇ ਦੀ ਤੜਫ। ਇਹੀ ਸਾਡੇ ਜੀਵਨ ਦੀ ਤੀਜੀ ਲਾਭ ਹੈ ਕਿ ਜਦੋਂ ਪਰਮਾਤਮਾ ਦਾ ਵਿਛੋੜਾ, ਪਰਮਾਤਮਾ ਦੇ ਪ੍ਰਤੀ ਵੈਰਾਗ ਪੈਦਾ ਹੋਵੇਗਾ, ਫਿਰ ਉੱਥੇ ਮਿਲਣ ਦੀ ਤਾਂਘ, ਮਿਲਣ ਦਾ ਚਾਅ ਦਾ ਜਨਮ ਹੋਏਗਾ ਕਿ ਅਸੀਂ ਰੱਬ ਨਾਲੋਂ ਵਿਛੜੇ ਹੋਏ ਹਾਂ, ਰੱਬ ਨੂੰ ਮਿਲਣਾ। ਮੈਂ ਬੇਨਤੀ ਕਰ ਰਿਹਾ ਸੀ, ਸੰਸਾਰ ਦਾ ਵਿਛੋੜਾ ਕਦੇ ਮਿਲਾਪ 'ਚ ਚੇਂਜ ਨਹੀਂ ਹੁੰਦਾ। ਮਾਤਾ ਵਿਛੜ ਜਾਏ, ਪਿਤਾ ਵਿਛੜ ਜਾਏ, ਭੈਣ ਭਰਾ, ਕੋਈ ਵੀ ਰਿਸ਼ਤਾ ਵਿਛੜ ਜਾਏ, ਇਹ ਮੁੜ ਕੇ ਮਿਲਾਪ ਕਦੇ ਨਹੀਂ ਹੋ ਸਕਦਾ। ਭਾਵੇਂ ਇਹਨਾਂ ਰਿਸ਼ਤਿਆਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਮਨੁੱਖ ਦੇ ਅੱਖਾਂ ਵਿੱਚੋਂ ਨੀਰ ਵਗਦਾ ਹੈ। ਔਰ ਗੁਰੂ ਨਾਨਕ ਪਾਤਸ਼ਾਹ ਨੇ ਤੇ ਇੱਥੇ ਤੱਕ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਭਾਈ, ਇਹ ਇੱਕ ਦਿਨ ਵਿਛੜ ਜਾਂਦੀਆਂ ਹਨ। ਔਰ ਇਹਨਾਂ ਦਾ ਲੋਕਾਂ ਨੂੰ ਅਹਿਸਾਸ ਹੁੰਦਾ ਹੈ, ਪਰ ਜਿਹੜੀ ਵਿਰਹ ਦੀ ਪੀੜ ਹੈ ਉਹ ਤਾਂ ਕਿਸੇ ਨੂੰ ਵੀ ਨਹੀਂ ਸਮਝ। ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਪਏ ਹੋਏ ਸਨ ਤੇ ਹਰਦਾਸ ਬੈਦ ਨੂੰ ਸੱਦਿਆ। ਹਰਦਾਸ ਬੈਦ ਨੇ ਆ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਵੇਖਿਆ। ਉਹਨਾਂ ਨੇ ਆਪਣੇ ਬਾਣੀ ਦੇ ਵਿੱਚ ਬਚਨ ਵੀ ਕੀਤੇ ਕਿ ਬੈਦ ਬੁਲਾਇਆ ਬੈਦ ਕੀ ਪਗੜ ਢੰਡੋਲੇ ਬਾਹਾਂ, ਵੀ ਉਸਨੇ ਮੇਰੀ ਬਾਂਹ ਫੜ ਕੇ ਵੇਖੀ, ਉਸਨੇ ਯਤਨ ਕੀਤਾ ਵੀ ਮੈਂ ਵੇਖਾਂ ਕਿ ਬਿਮਾਰੀ ਕੀ ਹੈ। ਤੇ ਮਰ ਕਹਿਣ ਲੱਗੇ ਭੋਲਾ ਵੈਦ ਨਾ ਜਾਣੀ ਕਰਕ ਕਰੇ ਜੇ ਮਾਹ, ਵੀ ਇਹ ਭੋਲਾ ਵੈਦ ਜਾਣਦਾ ਹੀ ਨਹੀਂ ਹੈ, ਇਹ ਤਾਂ ਵਿਛੋੜੇ ਦੀ ਤੜਫ ਹੈ। ਇਹ ਸਮਝਦੇ ਸ਼ਾਇਦ ਕੋਈ ਹੋਰ ਬਿਮਾਰੀ ਹੈ। ਬਾਂਹ ਫੜ ਕੇ ਮੈਂ ਅੰਦਰ ਦੀ ਨਬਜ਼ ਦੇਖੀ ਜਾ ਸਕਦੀ ਹੈ, ਪਰ ਅੰਦਰ ਦਾ ਵਿਛੋੜਾ ਅਜੇ ਤੱਕ ਕੋਈ ਨਹੀਂ ਦੱਸ ਸਕਿਆ। ਬਿਮਾਰੀ ਦੱਸੀ ਜਾ ਸਕਦੀ ਹੈ ਨਬਜ਼ ਪੜ੍ਹ ਕੇ, ਪਰ ਵਿਛੋੜੇ ਦੀ ਜਿਹੜੀ ਬਿਮਾਰੀ ਹੈ, ਜਿਹਦੇ ਅੰਦਰ ਵਿਛੋੜਾ ਪੈਦਾ ਹੋ ਗਿਆ, ਉਹ ਦੁਨੀਆ ਦੀ ਕੋਈ ਐਸਾ ਡਾਕਟਰ ਨਹੀਂ ਬਣਿਆ ਜਿਹੜਾ ਦੁਨਿਆਵੀ ਡਾਕਟਰ ਉਸ ਵਿਛੋੜੇ ਨੂੰ ਦੱਸ ਸਕੇ ਵੀ ਇਸ ਨੂੰ ਵਿਛੋੜੇ ਦੀ ਪੀੜਾ ਹੈ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਉਹ ਭੋਲਾ ਵੈਦ ਹੈ, ਉਸ ਨੂੰ ਇਸ ਦੀ ਦਾਰੂ ਵੀ ਨਹੀਂ ਪਤਾ, ਉਹਨੂੰ ਰੋਗ ਦਾ ਵੀ ਨਹੀਂ ਪਤਾ ਕਿ ਅਸਲ 'ਚ ਪ੍ਰੋਬਲਮ ਕੀ ਹੈ। ਕਿਉਂਕਿ ਜਿਨ੍ਹਾਂ ਬੈਰਾਗਬਾਨਾਂ ਦੇ ਅੰਦਰ ਬੈਰਾਗ ਪੈਦਾ ਹੁੰਦਾ ਹੈ, ਉਹ ਪਰਮਾਤਮਾ ਦੇ ਰਸਤੇ ਵਾਲੇ ਪਾਸੇ ਤੁਰਦੇ ਨੇ, ਪਰਮਾਤਮਾ ਦੇ ਰਸਤੇ ਵਾਲੇ ਪਾਸੇ ਤੁਰਦੇ ਨੇ। ਉਸ ਪਰਮਾਤਮਾ ਦੀ ਤਾਂਘ ਪੈਦਾ ਹੁੰਦੀ ਹੈ। ਇਹ ਤਾਂਘ ਪੈਦਾ ਹੋਣੀ, ਇਹ ਜਿਗਿਆਸਾ ਪੈਦਾ ਹੋਣੀ, ਇਹ ਛੋਟੀ ਮੋਟੀ ਗੱਲ ਨਹੀਂ ਹੈ। ਇਹ ਤੋਂ ਪਹਿਲਾਂ ਦੋ ਅਵਸਥਾਵਾਂ ਅਸੀਂ ਦੇਖੀਆਂ ਲਾਵਾਂ ਦੀਆਂ। ਪਹਿਲੀ ਅਵਸਥਾ ਸੀ ਕਿ ਪਰਮਾਤਮਾ ਦੇ ਨਾਮ ਧਰਮ ਨੂੰ ਦ੍ਰਿੜ ਕਰਨਾ, ਪ੍ਰਵਿਰਤੀ ਕਰਮ ਨੂੰ ਪੱਕਾ ਕਰਨਾ, ਫਿਰ ਸਤਿਗੁਰ ਪੁਰਖ ਦਾ ਮਿਲਾਪ ਹੋਣਾ। ਔਰ ਤੀਜੀ ਗੱਲ ਹੈ, ਸਤਿਗੁਰ ਪੁਰਖ ਦੇ ਮਿਲਾਪ ਤੋਂ ਬਾਅਦ ਜਿਗਿਆਸੂ ਜੀਵ ਆਤਮਾ ਦੇ ਅੰਦਰ ਬੈਰਾਗ ਦਾ ਜਨਮ ਹੋਣਾ, ਤਾਂਘ ਦਾ ਪੈਦਾ ਹੋਣਾ, ਰੱਬ ਦਾ ਵਿਛੋੜਾ ਸਮਝ ਵਿੱਚ ਆ ਜਾਣਾ ਕਿ ਮੈਂ ਰੱਬ ਨਾਲੋਂ ਵਿਛੜਿਆ ਹੋਇਆ। ਸਾਨੂੰ ਤਾਂ ਮਾਫ਼ ਕਰਨਾ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ, ਇਹ ਵੀ ਸਮਝ ਨਹੀਂ ਆਉਂਦੀ ਕਿ ਰੱਬ ਦਾ ਵਿਛੋੜਾ ਕੀ ਹੁੰਦਾ ਹੈ। ਪਦਾਰਥਾਂ ਤੋਂ ਵਿਛੜਦੇ ਹਾਂ, ਦੁਖੀ ਹੁੰਦੇ ਹਾਂ, ਧਨ ਚਲਾ ਜਾਏ ਦੁਖੀ ਹੁੰਦੇ ਹਾਂ, ਕਿਸੇ ਦਾ ਤਨ ਚਲਾ ਜਾਏ ਦੁਖੀ ਹੁੰਦੇ ਹਾਂ, ਪਰ ਰੱਬ ਨਾਲੋਂ ਵਿਛੜੇ ਹੋਏ ਹਾਂ ਇਹਦਾ ਅਹਿਸਾਸ ਵੀ ਕੋਈ ਨਹੀਂ ਸਾਨੂੰ ਤੇ। ਔਰ ਜਦੋਂ ਤੱਕ ਅਹਿਸਾਸ ਨਹੀਂ ਕਿਸੇ ਚੀਜ਼ ਦਾ, ਜਦੋਂ ਅੰਦਰ ਦਾ ਇਹ ਅਨੁਭਵ ਨਹੀਂ, ਗੁਸਤਾਖੀ ਮਾਫ਼ ਕਰ ਦੇਣਾ, ਮਿਲਾਪ ਵਾਸਤੇ ਚਾਅ ਪੈਦਾ ਨਹੀਂ ਹੋਏਗਾ। ਇਸ ਨੂੰ ਮੈਂ ਇਸ ਤਰ੍ਹਾਂ ਕਹਿੰਦਾ ਹੁੰਦਾ ਕਿ ਜਿਸ ਦਿਨ ਮਨੁੱਖ ਨੂੰ ਸੱਚੀ ਮੁੱਚੀ ਪਿਆਸ ਲੱਗੇਗੀ ਨਾ, ਉਸ ਦਿਨ ਉਹ ਪਾਣੀ ਦੀ ਤਲਾਸ਼ ਕਰਦਾ ਹੈ। ਆਮ ਤਾਂ ਸਾਡਾ ਰੂਟੀਨ ਨਹੀਂ ਹੁੰਦਾ ਨਾ, ਘਰ ਵਿੱਚ ਰਹਿੰਦੇ ਹਾਂ, ਕਾਰੋਬਾਰ 'ਤੇ ਰਹਿੰਦੇ ਹਾਂ, ਪਰ ਜਿੰਨਾ ਸੱਚੀ ਮੁੱਚੀ ਕਿਤੇ ਐਸੀ ਥਾਂ 'ਤੇ ਫਸੇ ਹੋਈਏ ਜਿੱਥੇ ਪਾਣੀ ਨਾ ਹੋਵੇ, ਉਸ ਨਾਲ ਪਤਾ ਲੱਗਦਾ ਕਿ ਇਸ ਪਿਆਸ ਦਾ ਕੀ ਮੁੱਲ ਹੈ, ਪਿਆਸ ਦਾ ਕੀ ਮੁੱਲ ਹੈ। ਤੁਸੀਂ ਦੇਖੋ ਨਾ, ਜਦੋਂ ਪਿੱਛੇ 2-3 ਸਾਲ ਪਹਿਲਾਂ ਦੀ ਇਹ ਗੱਲ ਕਿ ਜਦੋਂ ਪਹਾੜਾਂ ਦੇ ਵਿੱਚ ਬੱਦਲ ਫਟ ਗਏ, ਯਾਤਰੀ ਗਏ ਹੋਏ ਸਨ, ਕੋਈ ਹੇਮਕੁੰਟ ਸਾਹਿਬ, ਕੋਈ ਜਗ੍ਹਾ ਹੋਰ ਪਾਸੇ ਗਏ ਹੋਏ ਸਨ, ਉੱਥੇ ਉੱਪਰ
ਹੜ੍ਹ ਆ ਗਿਆ, ਲੋਕਾਂ ਕੋਲ ਕਈ ਘੰਟੇ ਗੁਜ਼ਰ ਗਏ, ਦਿਨ ਬੱਧੀ ਗੁਜ਼ਰ ਗਏ, ਜੰਗਲ 'ਚ ਫਸੇ ਹੋਏ, ਪਾਣੀ ਨਹੀਂ ਸੀ। ਇੱਕ ਪਾਣੀ ਦੀ ਬੋਤਲ 2-2 ਹਜ਼ਾਰ 5-5 ਹਜ਼ਾਰ ਤੱਕ ਦੀ ਲੋਕਾਂ ਨੇ ਖਰੀਦੀ। ਕਿਉਂ? ਵੀ ਪੁੱਛੇ ਕਿਉਂ ਖਰੀਦੀ? ਕਿਉਂਕਿ ਲੱਗ ਰਿਹਾ ਸੀ ਹੁਣ ਪਾਣੀ ਤੋਂ ਬਿਨਾਂ ਮਰ ਜਾਵਾਂਗੇ। ਜੇ ਪਾਣੀ ਨਾ ਮਿਲਿਆ ਨਾ, 2000 ਵੀ ਜ਼ਿੰਦਗੀ ਤੋਂ ਜ਼ਿਆਦਾ ਨਹੀਂ ਲੱਗਦੇ ਸਨ। 5-5 ਹਜ਼ਾਰ ਲੋਕਾਂ ਨੇ ਆਪ ਆ ਕੇ ਦੱਸਿਆ ਵੀ 5-5 ਹਜ਼ਾਰ ਦੀ ਅਸੀਂ ਜਿਹੜੀ 10 ਰੁਪਏ ਦੀ ਬੋਤਲ ਉਹ 5000 ਦੀ ਖਰੀਦੀ। ਕਿਉਂ? ਕਿਉਂਕਿ ਅੱਜ ਪਿਆਸ ਜਿਹੜੀ ਸੀ, ਲੱਗ ਰਿਹਾ ਸੀ ਵੀ ਇਹ ਜੇ ਪਾਣੀ ਨਾ ਮਿਲਿਆ ਤਾਂ ਅਸੀਂ ਮਰ ਜਾਵਾਂਗੇ, ਮੌਤ ਹੋ ਜਾਵੇਗੀ। ਹੁਣ ਉਹ ਬੋਤਲ ਜਿਹੜੀ ਹੈ, ਹੁਣ ਉਹਦੀ ਕੀਮਤ ਬਣ ਗਈ। ਜਦੋਂ ਤੱਕ ਸਾਡੇ ਕੋਲ ਪਿਆਸ ਨਹੀਂ ਹੈ, ਉਦੋਂ ਤੱਕ ਸਾਡੇ ਅੰਦਰ ਤਲਾਸ਼ ਨਹੀਂ ਹੈ, ਔਰ ਤਲਾਸ਼ ਨਹੀਂ, ਉਹਦਾ ਕੋਈ ਮੁੱਲ ਵੀ ਨਹੀਂ ਹੈ। ਔਰ ਜਿਹਦੀ ਤਲਾਸ਼ ਨਹੀਂ ਹੈ, ਗੁਸਤਾਖੀ ਮਾਫ, ਉਹਦੀ ਆਸ ਵੀ ਕਦੀ ਪੂਰੀ ਨਹੀਂ ਹੁੰਦੀ। ਜਿਹਦੇ ਅੰਦਰ ਪਿਆਸ ਹੈ, ਤਲਾਸ਼ ਹੈ, ਉਸਦੀ ਹੀ ਆਸ ਪੂਰੀ ਹੋਏਗੀ, ਉਸਨੂੰ ਹੀ ਮਿਲੇਗਾ। ਫਿਰ ਆਸ ਪੂਰੀ ਹੋਈ, ਭਾਵੇਂ ਕੋਈ ਵੀ ਮੁੱਲ ਚੁਕਾਉਣਾ ਪਵੇ, ਉਹ ਚੁਕਾਉਂਦਾ। ਕੋਈ ਵੀ ਮੁੱਲ ਚੁਕਾਉਣਾ ਪਵੇ। ਇਸ ਕਰਕੇ ਗੁਰਬਾਣੀ ਨੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਤੇਰੇ ਅੰਦਰ ਪ੍ਰਭੂ ਦੇ ਮਿਲਾਪ ਦੀ ਪਿਆਸ ਪੈਦਾ ਹੋਣੀ ਚਾਹੀਦੀ ਹੈ, ਤੇਰੇ ਅੰਦਰ ਵੈਰਾਗ ਪੈਦਾ ਹੋਣਾ ਚਾਹੀਦਾ ਹੈ। ਕਿਉਂਕਿ ਪਿਆਸ ਉਦੋਂ ਲੱਗੇਗੀ ਜਦੋਂ ਕਿ ਅੰਦਰਲਾ ਇਹ ਵੈਰਾਗ ਜਾਗੇਗਾ। ਜਿਨ੍ਹਾਂ ਦੇ ਅੰਦਰ ਜਾਗਿਆ, ਉਹਨਾਂ ਨੇ ਨਾ ਦਿਨ ਵੇਖਿਆ ਨਾ ਰਾਤ ਵੇਖੀ, ਉਹ ਉੱਠ ਪਏ ਔਰ ਰੱਬ ਦੀ ਬੰਦਗੀ ਵਿੱਚ ਲੱਗ ਗਏ, ਪਰਮਾਤਮਾ ਦੇ ਸਿਮਰਨ ਵਿੱਚ ਲੱਗ ਗਏ, ਉਸ ਰੱਬ ਨੂੰ ਚੇਤੇ ਕੀਤਾ। ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਸਮਝਾ ਰਹੇ ਨੇ ਕਿ ਜੀਵ ਇਸਤਰੀ ਦੇ ਵਿਆਹ ਦੀ ਤੀਜੀ ਸੋਹਣੀ ਲਾਮ ਇਹੀ ਹੈ ਕਿ ਉਸ ਵੈਰਾਗਬਾਨ ਦੇ ਅੰਦਰ ਪਰਮਾਤਮਾ ਦੇ ਮਿਲਾਪ ਦੀ ਤਾਂਘ ਪੈਦਾ ਹੋ ਗਈ। ਕਿਉਂਕਿ ਪਹਿਲਾਂ ਵਿਛੋੜੇ ਨੂੰ ਸਮਝਾਂਗੇ, ਵਿਛੋੜੇ ਵਿੱਚੋਂ ਵੈਰਾਗ ਦਾ ਜਨਮ ਹੋਏਗਾ, ਵੈਰਾਗ ਦੇ ਵਿੱਚੋਂ ਫਿਰ ਉਮੰਗ ਪੈਦਾ ਹੋਏਗੀ, ਚਾਅ ਪੈਦਾ ਹੋਏਗਾ ਪਰਮਾਤਮਾ ਨੂੰ ਮਿਲਣ ਦਾ। ਔਰ ਫਿਰ ਐਸੀ ਅਵਸਥਾ ਬਣ ਜਾਏਗੀ, ਝੱਕੜ ਝਾਂਗੀ ਮੀਂਹ ਵਰਸੈ ਪੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ, ਜੋ ਪ੍ਰਾਣੀ ਜਲ ਬਿਨ ਹੈ ਮਰਤਾ, ਤੋ ਸਿੱਖ ਗੁਰ ਬਿਨ ਮਰ ਜਾਈ। ਗੁਰੂ ਇਤਨਾ ਇੰਪੋਰਟੈਂਟ ਹੋ ਜਾਏਗਾ ਸਾਡੇ ਵਾਸਤੇ, ਗੁਰੂ ਇਤਨਾ ਮਹਾਨ ਹੋ ਜਾਏਗਾ ਕਿ ਜਿਵੇਂ ਪਾਣੀ ਤੋਂ ਬਿਨਾਂ ਮੇਰਾ ਸਰੀਰ ਮਰ ਜਾਂਦਾ ਹੈ, ਗੁਰੂ ਤੋਂ ਬਿਨਾਂ ਮੇਰੀ ਆਤਮਾ ਮਰ ਜਾਂਦੀ ਹੈ। ਇਸ ਕਰਕੇ ਸਾਹਿਬ ਕਹਿਣ ਲੱਗੇ, ਹਰ ਤੀਜੜੀ ਲਾਉ ਮਨ ਚਾਉ ਪਿਆ ਬੈਰਾਗਿਆ, ਬਲਰਾਮ ਜੀਓ ਸੰਤ ਜਨਾ ਹਰ ਮੇਲ, ਹਰ ਪਾਇਆ ਵਡ ਭਾਗਿਆ ਬਲਰਾਮ ਜੀਓ। ਆਖਣ ਲੱਗੇ, ਹੇ ਭਾਈ, ਮੈਂ ਰਾਮ ਤੋਂ, ਵਾਹਿਗੁਰੂ ਤੋਂ, ਪਰਮੇਸ਼ਰ ਤੋਂ, ਜਿਹੜਾ ਕਿ ਘਟ ਘਟ ਵਿੱਚ ਰਮਿਆ ਹੋਇਆ, ਉਸ ਤੋਂ ਬਲਿਹਾਰ ਹਾਂ, ਕੁਰਬਾਨ ਹਾਂ, ਸਦਕੇ ਹਾਂ। ਅਤੇ ਜਿਨ੍ਹਾਂ ਵੱਡੇ ਭਾਗਾਂ ਵਾਲੇ ਮਨੁੱਖਾਂ ਨੂੰ ਸੰਤ ਜਨਾਂ ਦਾ, ਗੁਰਮੁਖਾਂ ਦਾ ਮਿਲਾਪ ਹਾਸਲ ਹੋਇਆ। ਸੰਤ ਜਨਾਂ ਹਰ ਮੇਲ, ਸੰਤ ਜਨਾਂ ਦਾ ਮਿਲਾਪ ਹਾਸਲ ਹੋਇਆ। ਹਰ ਪਾਇਆ ਵਡ ਭਾਗੀਆ, ਮਰ ਕਹਿੰਦੇ ਹਰੀ ਪਰਮਾਤਮਾ ਉਹਨਾਂ ਨੂੰ ਪ੍ਰਾਪਤ ਹੋ ਗਿਆ। ਗੁਰਮੁਖ ਜਨਾਂ ਦੇ ਮਿਲਾਪ ਦੇ ਵਿੱਚੋਂ ਸੰਤ ਜਨਾਂ ਦੇ ਮਿਲਾਪ ਹਾਸਲ ਜਦੋਂ ਹੋ ਜਾਂਦਾ ਹੈ, ਅਤੇ ਉਹਨਾਂ ਨੂੰ ਫਿਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਕਿਉਂਕਿ ਅਸਲ ਦੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸਿੱਖ ਨੇ ਇਹ ਗੱਲ ਨੂੰ ਸਮਝਣਾ ਹੈ ਕਿ ਜਿੱਥੇ ਰੱਬ ਦੀ ਸਤਸੰਗਤ ਹੋ ਰਹੀ ਹੈ, ਸਤਸੰਗਤ ਵਿੱਚ ਹਰੀ ਪਰਮਾਤਮਾ ਵਰਤ ਰਿਹਾ ਹੈ। ਪਰ ਸਤਸੰਗਤ ਹੋਵੇ, ਉੱਥੇ ਰੱਬ ਵਰਤੇਗਾ। ਅੱਜ ਵਾਂਗ ਨਹੀਂ ਗੁਸਤਾਖੀ ਮਾਫ, ਅੱਜ ਤਾਂ ਅਸੀਂ ਧਾਰਮਿਕ ਸਟੇਜਾਂ 'ਤੇ ਵੀ ਖਿੱਚ ਤੂ ਕਰੀ ਜਾਂਦੇ ਹਾਂ। ਧਰਮ ਨੂੰ ਛੱਡ ਨਾ, ਅਸੀਂ ਆਪਣੀ ਸਿਆਸਤ ਚਮਕਾਉਣ 'ਤੇ ਲੱਗੇ ਹਾਂ ਧਾਰਮਿਕ ਸਥਾਨਾਂ 'ਤੇ। ਕੇਵਲ ਸਿਆਸਤ ਤੋਂ ਅੱਗੇ ਵੱਧ ਕੇ ਸਾਨੂੰ ਕਥਾ ਕੀਰਤਨ ਹੀ ਨਹੀਂ ਆਉਂਦਾ ਉੱਥੇ। ਅੱਜ ਜਿਹੜੀ ਸਾਡੇ ਧਰਮ ਦੇ ਵਿੱਚ ਕਥਾ ਵਿਚਾਰਾਂ ਧਾਰਮਿਕ ਸਥਾਨਾਂ ਤੋਂ ਵੱਡੀਆਂ ਸਟੇਜਾਂ 'ਤੇ ਚੱਲ ਰਹੀ, ਕੇਵਲ ਇੱਕ ਦੂਜੇ ਲੱਤ ਖਿੱਚਣ ਵਾਸਤੇ ਚੱਲ ਰਹੀ ਹੈ। ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਨਹੀਂ, ਇੱਕ ਦੂਜੇ ਨੂੰ ਨੀਵਾਂ ਵਿਖਾਉਣ 'ਤੇ ਕਥਾਵਾਂ ਚੱਲ ਰਹੀਆਂ। ਗੁਰੂ ਕੀ ਸਿੱਖੀ ਦਾ ਪ੍ਰਚਾਰ ਥੋੜ੍ਹੀ ਹੋ ਰਿਹਾ ਉੱਥੇ। ਉੱਥੇ ਤਾਂ ਵੋਟਾਂ ਵਾਸਤੇ ਸਾਰਾ ਕੁਝ ਚੱਲ ਰਿਹਾ ਹੈ। ਉੱਥੇ ਸਾਰਾ ਕੁਝ ਰਾਜਨੀਤੀ ਅਧੀਨ ਹੋ ਰਿਹਾ ਹੈ। ਔਰ ਜਦੋਂ ਧਰਮ ਰਾਜਨੀਤੀ ਦੇ ਥੱਲੇ ਦਬ ਜਾਏ, ਫਿਰ ਉਹ ਧਰਮ ਕਦੀ ਧਰਮ ਨਹੀਂ ਰਹਿੰਦਾ, ਸਗੋਂ ਉਹ ਰਾਜਨੀਤੀ ਬਣ ਜਾਂਦਾ ਧਰਮ ਵੀ। ਇਸ ਕਰਕੇ ਸੰਤ ਜਨਾਂ ਦਾ ਮਿਲਾਪ, ਸਤਸੰਗਤ ਵਿੱਚ ਬੈਠ ਕੇ ਰੱਬ ਦੀਆਂ ਕਥਾ ਕਹਾਣੀਆਂ,
ਉੱਥੇ ਪਰਮਾਤਮਾ ਪੂਰਨ ਤੌਰ ਤੋਂ ਵਰਤਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਕਹਿੰਦੇ ਸੰਤ ਜਨਾਂ ਦਾ ਜਦੋਂ ਮਿਲਾਪ ਹੋ ਜਾਂਦਾ ਹੈ। ਇੱਕ ਹੋਰ ਦਾਸ ਬੇਨਤੀ ਕਰੇ, ਜਿਨ੍ਹਾਂ ਦੇ ਅੰਦਰ ਤੜਫ ਪੈਦਾ ਹੋਈ, ਵਿਛੋੜੇ ਦਾ ਅਹਿਸਾਸ ਪੈਦਾ ਹੋਇਆ, ਬੈਰਾਗ ਪੈਦਾ ਹੋਇਆ, ਔਰ ਪਰਮਾਤਮਾ ਦੇ ਮਿਲਾਪ ਦੀ ਚਾਹਤ ਹੋਈ ਵੀ ਅਸੀਂ ਰੱਬ ਨੂੰ ਮਿਲਣਾ ਹੈ, ਉਹੀ ਜੀਵ ਜਿਹੜੇ ਨੇ ਅਸਲ ਵਿੱਚ ਗੁਰਮੁਖਾਂ ਦੀ ਪਹਿਚਾਣ ਕਰ ਸਕਦੇ ਨੇ। ਆਮ ਬੰਦੇ ਨੂੰ ਤਾਂ ਧਾਰਮਿਕ ਕੱਪੜੇ ਪਾਉਣ ਵਾਲੇ ਸਾਰੇ ਧਰਮੀ ਨਜ਼ਰ ਆਉਂਦੇ ਨੇ, ਪਰ ਉਸ ਨੂੰ ਧਾਰਮਿਕ ਮਨੁੱਖ ਦੀ ਸਹੀ ਪਹਿਚਾਣ ਹੁੰਦੀ ਹੈ ਜਿਹਦੇ ਅੰਦਰ ਬੈਰਾਗ ਹੈ, ਜਿਹਦੇ ਅੰਦਰ ਚਾਅ ਪੈਦਾ ਹੋ ਗਿਆ। ਜਿਹੜੀ ਜੀਵ ਆਤਮਾ ਪਰਮਾਤਮਾ ਨੂੰ ਮਿਲਣਾ ਚਾਹੁੰਦੀ ਹੈ, ਅਤੇ ਸਾਹਿਬ ਕਹਿਣ ਲੱਗੇ ਸੰਤ ਜਨਾਂ ਦਾ ਉਸ ਨੂੰ ਮੇਲ ਪ੍ਰਾਪਤ ਹੋਇਆ, ਅਤੇ ਸੰਤ ਜਨਾਂ ਦੇ ਮਿਲਾਪ ਦੇ ਨਾਲ ਉਸ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਬੜ ਭਾਗੀ ਨੂੰ ਪਰਮਾਤਮਾ ਮਿਲ ਗਿਆ। ਫਿਰ ਆਖਣ ਲੱਗੇ ਨਿਰਮਲ ਹਰ ਪਾਇਆ, ਹਰ ਗੁਣ ਗਾਇਆ, ਮੁਖ ਬੋਲੀ ਹਰ ਬਾਣੀ। ਉਹ ਪਰਮਾਤਮਾ ਜਦੋਂ ਵੀ ਮਿਲੇਗਾ, ਖਿਆਲ ਕਰਨਾ ਜੀਵਨ ਵਿੱਚ ਜਿਸ ਮਨੁੱਖ ਨੇ ਆਪਣੇ ਜੀਵਨ ਨੂੰ ਪਵਿੱਤਰ ਕਰ ਲਿਆ ਹੈ, ਔਰ ਪਵਿੱਤਰ ਕਰਨ ਵਾਲੇ ਦਾ ਮਿਲਾਪ ਹਾਸਲ ਹੋ ਗਿਆ ਹੈ, ਜਿਹਨੇ ਆਪਣੇ ਜੀਵਨ ਨੂੰ ਪਵਿੱਤਰ ਕੀਤਾ, ਆਪਣੇ ਜੀਵਨ ਦੇ ਵਿੱਚੋਂ ਮੈਲ ਪਾਸੇ ਕਰ ਲਈ, ਹਉਮੈ ਨੂੰ ਮੁਕਾ ਲਿਆ, ਅਹੰਕਾਰ ਦੂਰ ਕਰ ਲਿਆ। ਜੋ ਪਿਛਲੇ ਇਲਾਮ ਦੇ ਵਿੱਚ ਅਸੀਂ ਸਿੱਖ ਕੇ ਆਏ, ਦੋ ਗੱਲਾਂ ਸਿੱਖੀਆਂ ਸਨ, ਇੱਕ ਅੰਦਰ ਦਾ ਡਰ ਔਰ ਦੂਜੀ ਗੱਲ ਹਉਮੈ ਦੀ ਮੈਲ। ਨਿਰਮਲ ਕੌਣ ਹੈ? ਜਿਸ ਦੇ ਅੰਦਰ ਹਉਮੈ ਮੁੱਕ ਗਈ। ਨਿਰਮਲ ਕੌਣ ਹੈ? ਜਿਸ ਦੇ ਅੰਦਰ ਡਰ ਮੁੱਕ ਗਿਆ। ਜਿਸ ਦੇ ਅੰਦਰ ਸੰਸਾਰ ਦਾ ਡਰ ਹੈ ਔਰ ਜਿਸ ਦੇ ਅੰਦਰ ਹਉਮੈ ਦੀ ਮੈਲ ਹੈ। ਖਿਆਲ ਕਰਨਾ, ਉਹਦੀ ਸੰਗਤ ਸਾਨੂੰ ਮੈਲਾ ਤੇ ਕਰ ਸਕਦੀ ਹੈ, ਗੁਸਤਾਖੀ ਮਾਫ ਕਦੀ ਪਵਿੱਤਰ ਨਹੀਂ ਕਰ ਸਕਦੀ। ਜਿਹੜਾ ਆਪ ਡਰਿਆ ਹੋਇਆ ਉਹ ਸਾਨੂੰ ਨਿਡਰ ਨਹੀਂ ਕਰ ਸਕਦਾ। ਸਾਨੂੰ ਤਾਂ ਨਿਡਰ ਗੁਰੂ ਨਾਨਕ ਨੇ ਕੀਤਾ, ਸਾਨੂੰ ਨਿਡਰ ਗੁਰੂ ਨਾਨਕ ਨੇ ਕੀਤਾ, ਜਿਸ ਨੇ ਕਹਿ ਦਿੱਤਾ, ਜਿਸਦੇ ਘਰ ਦੇ ਇਹ ਬਚਨ ਨੇ ਕਿ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹਨਾਂ ਗੁਰਮੁਖ ਜਨਾਂ ਦਾ ਮਿਲਾਪ ਜਿਨ੍ਹਾਂ ਨੂੰ ਹੋਇਆ ਤੇ ਹਰ ਗੁਣ ਗਾਇਆ, ਉਹਨਾਂ ਦੇ ਮਿਲਾਪ ਦੇ ਵਿੱਚੋਂ ਜਿੱਥੇ ਹਰੀ ਪਰਮਾਤਮਾ ਦੀ ਪ੍ਰਾਪਤੀ ਹੋਈ ਨਾ, ਉੱਥੇ ਪ੍ਰਭੂ ਦੇ ਗੁਣ ਗਾਉਂਦੇ ਹਨ ਉਹ ਗੁਰਮੁਖ ਜਨ। ਤੇ ਮੁਖ ਬੋਲੀ ਹਰ ਬਾਣੀ, ਆਪਣੇ ਮੂੰਹੋਂ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਉਚਾਰਦੇ ਨੇ, ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ। ਅਸਲ ਵਿੱਚ ਗੁਰਮਤਿ ਦੇ ਅੰਦਰ ਜੋ ਸਾਨੂੰ ਜੀਵਨ ਜਾਚ ਦੱਸੀ ਹੈ ਉਹ ਸਿਫਤ ਸਲਾਹ ਹੀ ਹੈ। ਅਸਲ 'ਚ ਸਾਨੂੰ ਇਹ ਦੱਸਿਆ ਗਿਆ ਵੀ ਕਿਰਤ ਕਰੋ ਨਾਮ ਜਪੋ ਬਣ ਸਕੋ। ਇਸ ਦਾ ਸਿਧਾਂਤ ਜੇ ਪਿੱਛੇ ਜਾਵਾਂਗੇ ਤਾਂ ਇਹਦੇ ਪਿੱਛੇ ਲੌਜਿਕ ਇਹ ਹੈ ਕਿ ਸੱਚੀ ਸੁੱਚੀ ਕਿਰਤ ਕਰੋ, ਪਰਮਾਤਮਾ ਦੀ ਨਾਲ ਸਿਫਤ ਸਲਾਹ ਮਾਲਕ ਦੀ ਵਡਿਆਈ ਕਰਦੇ ਰਹੋ, ਅਤੇ ਜੋ ਰੱਬ ਨੇ ਦਿੱਤਾ ਹੈ ਉਸ ਦਿੱਤੇ ਹੋਏ ਨੂੰ ਵੰਡ ਕੇ ਛਕਦੇ ਹੋਏ ਇਸ ਤਰ੍ਹਾਂ ਸਮਝੋ ਕਿ ਜਿਵੇਂ ਸਾਡੇ ਵਿੱਚ ਬੈਠ ਕੇ ਜੋ ਸਾਨੂੰ ਦਿੱਤਾ ਉਹ ਰੱਬ ਹੀ ਵੰਡ ਰਿਹਾ ਹੈ। ਕਿਉਂਕਿ ਗੁਰਬਾਣੀ ਦੇ ਮੁਤਾਬਿਕ ਪਰਮਾਤਮਾ ਦੀ ਸਿਫਤ ਹੀ ਮਨੁੱਖ ਦੇ ਜੀਵਨ ਦਾ ਆਧਾਰ ਹੈ। ਪਰ ਮਨੁੱਖ ਦੀ ਇੱਕ ਚਾਹਤ ਹੈ ਆਪਣੀ ਸਿਫਤ, ਔਰ ਤਕਰੀਬਨ ਸਾਰਿਆਂ ਦੀ ਚਾਹਤ ਹੈ, ਗੁਸਤਾਖੀ ਮਾਫ ਕਰ ਦੇਣਾ, ਕਿਤੇ ਨਾ ਕਿਤੇ ਮਨੁੱਖ ਦੇ ਅੰਦਰ ਇਹ ਬੀਜ ਪਿਆ ਹੋਇਆ ਹੈ ਕਿ ਲੋਕ ਮੇਰੀ ਵਡਿਆਈ ਕਰਨ, ਲੋਕ ਮੇਰੀ ਸਿਫਤ ਸਲਾਹ ਕਰਨ, ਮੇਰੀ ਉਸਤਤ ਕਰਨ। ਜਿੰਨਾ ਇਹ ਬੀਜ ਖਤਮ ਹੋ ਜਾਏਗਾ ਔਰ ਰੱਬ ਦੀ ਉਸਤਤ ਆਰੰਭ ਹੋ ਜਾਏਗੀ, ਉਸ ਦਿਨ ਤੀਜੀ ਲਾਮ ਤੇ ਅਸੀਂ ਪਹੁੰਚ ਜਾਵਾਂਗੇ ਮੁਖ ਬੋਲੀ ਹਰ ਬਾਣੀ। ਉਹਨਾਂ ਗੁਰਮੁਖ ਜਨਾਂ ਵਿੱਚ ਬੈਠ ਕੇ ਹਰੀ ਪਰਮਾਤਮਾ ਦੀ ਬਾਣੀ ਨੂੰ ਬੋਲਾਂਗੇ। ਨਹੀਂ ਤਾਂ ਬੰਦਾ ਜੋ ਉੱਥੇ ਬੈਠ ਕੇ ਵੀ ਆਪਣੀਆਂ ਗੱਲਾਂ ਕਰਦਾ, ਜੀ ਮੈਂ ਦੇਖੋ ਇਹ ਕੰਮ ਕੀਤੇ ਨੇ, ਮੈਂ ਦੇਖੋ ਇਹ ਕੰਮ ਕੀਤੇ, ਮੈਂ ਇਹ ਚੰਗਾ ਕਰ ਰਿਹਾ ਜੀ, ਮੈਂ ਇਹ ਸੰਸਥਾ ਚਲਾਉਂਦਾ ਪਿਆ ਜੀ, ਮੈਂ ਇਹ ਪਰਉਪਕਾਰ ਕਰ ਰਿਹਾ, ਉੱਥੇ ਕਦੀ ਰੱਬ ਦੀ ਗੱਲ ਨਹੀਂ ਕਰੇਗਾ। ਸਾਡੀ ਬਹੁਤਿਆਂ ਦੀ ਗਿਣਤੀ ਇੱਦਾਂ ਦੀ ਹੈ। ਇਸ ਕਰਕੇ ਸਾਹਿਬ ਜੀ ਕਹਿਣ ਲੱਗੇ ਸੰਤ ਜਨਾਂ ਬੜ ਭਾਗੀ ਪਾਇਆ, ਹਰ ਕਥੀਐ ਅਕਥ ਕਹਾਣੀ। ਆਖਣ ਲੱਗੇ ਬੜ ਭਾਗੀ ਜਿਹੜੇ ਮਨੁੱਖ ਨੇ ਉਹਨਾਂ ਨੂੰ ਸੰਤਾਂ ਦੀ ਸੰਗਤ ਵਿੱਚ ਪ੍ਰਭੂ ਮਿਲਾਪ ਪ੍ਰਾਪਤ ਹੁੰਦਾ ਹੈ। ਸੰਤ ਜਨਾਂ ਬੜ ਭਾਗੀ ਪਾਇਆ, ਆਓ ਕਿ ਵੱਡੇ ਭਾਗਾਂ ਵਾਲਿਆਂ ਨੂੰ ਗੁਰਮੁਖ ਜਨਾਂ ਦੀ ਸੰਗਤ ਵਿੱਚ ਹਰ ਪਾਇਆ, ਹਰੀ ਮਿਲ ਜਾਂਦਾ ਹੈ, ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ, ਉਹਦਾ ਮਿਲਾਪ ਹਾਸਲ ਹੋ ਜਾਂਦਾ, ਉਸਦਾ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ ਹੈ। ਪਰਮਾਤਮਾ ਦਾ ਮਿਲਾਪ ਕੀ,
परमात्मा का अनुभव होना यही है कि इस सृष्टि का करता धरता सब कुछ कराने वाला अकाल पुरख वाहिगुरु आप ही है। जिस दिन उस एक अकाल पुरख एक ओंकार के उत्ते साडा विश्वास बच गया ना भी सब कुछ तू कर रहे हैं, साढ़े जतनों नाल कुछ नहीं हो रहा। और गुरु बाणी ने बार बार ये गल मनुख नूं कही कि रेचित चेतस की ना दयाल दमोदर विभय ना जानस कोय, जे थामै खंड ब्रह्मंड को करता करे सो होए। या मार्ग ने कहो मानुख ते क्या होए आवे, जो तिस भावै सोई करावै, इसके हाथ होए तां सब किस ले, जो तिस भावै सोई करे। मनुख नूं समझा रहे ने सतगुर भी जो मालक नूं भा रहा है उही मालक कर रहा है। इस करके सतगुर कहन लगे कि जिन्हों ने उस परमात्मा नूं गाया, परमात्मा दे नाम नूं जपिया, वो बड़े भाग वाले मनुखा ने, संत जना गुरमुखां दी रब दे प्यारिਆਂ ਦੀ संगत विच उसका मिलावट प्राप्त कर लेंदे ने। हर कथी है अकथ कहानी है भाई। सतगुर कहन लगे अकथ प्रभु की सिफ सलाह सदा करते रहना चाहिए। एक दिन नहीं, सदा लई। एक दिन गुरुद्वारे नहीं आना, रोज़। एक दिन पाठ नहीं करना, रोज़। एक दिन गुरु नानक का गुरपुरब नहीं मनाना, रोज़ गुरु नानक नूं याद करना जपजी साहब पढ़ के, गुरु साहब की आशा की वार का कीर्तन सुन के। एक दिन का काम नहीं सिख वास्ते। जिवें रोटी असी रोज़ खाते हाँ, पानी रोज़ पींदे हाँ, इस तरह ये नाम का भोजन भी रोज़ खाना पएगा। और खाना ही नहीं पएगा, इसनूं पचाना भी पएगा। और रोज़ तुसीं सुनते हो कि जे को खावै जे को पुंचै तिसका होए उधारो, यह वस्त तजी न जाई नित नित रख उड़तारो। हर रोज़ इसनूं हिरदे च धारण करके रखना है। सानूं हुक्म है महाराज जी का। उस दे नाल की होएगा? मैं कहना तम संसार, ये संसार तमां दा संसार है। इत्थे लालच है, तमा है, तृष्णा की अग है, मेर तेर है। तम संसार चरण लग तरीए। संसार तो तमां दे सागर तो कोई बच सकता है, वो बचेगा जिहड़ा गुरु चरणों नाल लग जाएगा। तम संसार चरण लग तरीए, चरणों नाल लगना है। फिर असी ब्रह्म की सोझी कर लवांगे, फिर तर जावांगे। सतगुरु आख रहे ने। इस करके महाराज आखन लगे परमात्मा की ना कथी जान वाली कथा, परमात्मा की सिफ सलाह हर वेले करते रहना चाहिए। भावें सिफ सलाह करके असी ये नहीं कह सकते कि रब इतना बड़ा या रब का असी अंत पा लिया, नहीं पा सकांगे। रब की सिफ सलाह करने के नाल रब ने बड़े नहीं हो जाना, ना करिए तो रब ने छोटे नहीं हो जाना। फिर गुरु साहब बार बार कहते सिफ सलाह करो, परमात्मा नूं याद करो। उस अगले वचन किए हिरदै हर 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 तुन उपजी, हर जपिए मस्तक भाग जियो। मार्ग ने जिहड़े प्रभु की सिफ सलाह करते रहते हैं, उन्होंने हिरदे में सदा टिकी रहन वाली प्रभु प्रेम की रोह चल पैंदी है। हिरदै हर 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 तुन उपजी, तुन रोह परमात्मा की याद की रोह चल पैंदी है। वाहिगुरू की याद अंदर टिक जाती है। जिमें जिमें उन्होंने याद करांगे, क्यों सिमरना है? इस करके सिमरना है कि उसकी याद अंदर चल पवे। इस करके सिमरना है। सिमरना इस करके नहीं कि साढ़े सिमरन नाल रब खुश हो जाएगा, गुस्ताखी माफ़ कर देना। साढ़े सिमरन नाल रब ने खुश नहीं होना। सिमरन केवल इस वास्ते है सिमर 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 गुर अपना सोया मन जागाई। साडा मन सुता पिया, इनू जगाना है क्योंकि ये सुता पिया। इस करके नहीं कि साढ़े सिमरन नाल रब ने बड़े हो जाना है या रब ने खुश हो जाना है। रब तो हर वेले खुश है, वो है ही आनंद का दाता है। वो तो सर्व सुखां का दाता, सतगुरु सारे सुखां का दाता है। हर वेले प्रसन्न रहता है। साढ़े कहण या ना कहण नाल खुश नहीं होना, चाहे उसने दुखी नहीं होना। वो तो हर वेले है ही प्रसन्न चित है। पर जे असी उसका नाम जपते हैं ना, असी आप प्रसन्न चित हो जाते हैं। वो आनंद का दाता है, असी भी आनंद में चले जाते हैं जो मालक नूं याद करते हैं। उसनूं सतगुरु ने कहा सी भी जदों मैं रब तैनूं याद करदा हाँ, तेरी खबरां भी मैं सुनदा हाँ, तो कमाल की गल है सोए सुनंदड़ी मेरा तन मन मोला। लो जी गल बन गई। सतगुर कहन लगे जदों मैं खबर सुनी ना मालक दियाँ,
ਤਾਂ ਮੇਰਾ ਤਨ ਮਨ ਮੋਲਾ ਖਿੜ ਗਿਆ, ਤਨ ਤੇ ਮਨ। ਇਹ ਖਬਰਾਂ ਹੀ ਨੇ, ਹੋਰ ਕੀ ਨੇ ਪਰਮਾਤਮਾ ਦੀਆਂ। ਜਦੋਂ ਪਰਮਾਤਮਾ ਦੀ ਬਾਣੀ ਪੜ੍ਹਦੇ ਆ ਨਾ, ਵਿਚਾਰ ਕਰਦੇ, ਇਹ ਵਾਹਿਗੁਰੂ ਦੀਆਂ ਖਬਰਾਂ ਹੀ ਨੇ। ਸੁਣਦੇ ਸਾਰ ਅੰਦਰ ਖੇੜਾ ਪੈਦਾ ਹੁੰਦਾ ਹੈ। ਕੀਰਤਨ ਸੁਣੀਏ, ਕਥਾ ਸੁਣੀਏ, ਪਾਠ ਕਰੀਏ, ਅੰਦਰ ਖੇੜੇ ਦਾ ਜਨਮ ਹੁੰਦਾ ਹੈ। ਸੋਏ ਸੁਨੰਦੜੀ ਮੇਰਾ ਤਨ ਮਨ ਮੋਲਾ, ਮਰ ਕਨੇ ਨਾਮ ਜਪੰਦੜੀ ਲਾਲੀ। ਜਿਵੇਂ ਜਿਵੇਂ ਮਾਲਕ ਦਾ ਨਾਮ ਜਪਦਾ, ਮੇਰੇ ਅੰਦਰ ਲਾਲੀ ਚੜ੍ਹਦੀ ਹੈ। ਤੇ ਸਾਧੂ ਕਹਿੰਦੇ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ। ਜਦੋਂ ਉਸ ਨਾਮ ਦੇ ਰਸਤੇ 'ਤੇ ਮੈਂ ਤੁਰਦਾ ਨਾ, ਤੇ ਜਿਵੇਂ ਜਿਵੇਂ ਤੁਰਦਾ ਔਰ ਗੁਰੂ ਕੀ ਗੱਲ ਨੂੰ ਜੀਵਨ ਦਾ ਆਧਾਰ ਬਣਾਉਣਾ, ਤੇ ਅੰਦਰ ਮੇਰੇ ਠੰਡਕ ਪੈਦਾ ਹੁੰਦੀ ਹੈ। ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਮੈਂ ਇੱਕ ਬੇਨਤੀ ਕਰਾਂ, ਸੰਸਾਰ ਦੇ ਰਸਤੇ 'ਤੇ ਤੁਰਿਆ, ਇਹਨਾਂ ਪਦਾਰਥਾਂ ਦੀ ਖਿੱਚ ਵਧਾਇਆ, ਅੱਜ ਤੱਕ ਕੋਈ ਠੰਡਾ ਨਹੀਂ ਹੋਇਆ। ਸਗੋਂ ਲੋਕ ਤਪੇ ਹੀ ਹਨ। ਪਰ ਜਿਹੜੇ ਅਧਿਆਤਮ ਦੇ ਮਾਰਗ 'ਤੇ ਤੁਰੇ, ਸਗੋਂ ਕਹਿੰਦੇ ਜਿਵੇਂ ਜਿਵੇਂ ਮੈਂ ਚੱਲਦਾ, ਅੰਦਰ ਠੰਡ ਪੈਦਾ ਹੁੰਦੀ ਹੈ, ਅੰਦਰ ਸ਼ਾਂਤੀ ਦਾ ਜਨਮ ਹੁੰਦਾ ਹੈ, ਅੰਦਰ ਆਨੰਦ ਦਾ ਜਨਮ ਹੁੰਦਾ ਹੈ। ਔਰ ਗੁਰਬਾਣੀ ਵਿੱਚ ਇੱਕ ਨਹੀਂ, ਅਨੰਤ ਫਰਮਾਨ ਸਤਿਗੁਰ ਨੇ ਇਸ ਪਰਥਾਏ ਦਿੱਤੇ ਨੇ ਕਿ ਜਦੋਂ ਮੈਂ ਉਸ ਮਾਰਗ 'ਤੇ ਤੁਰਦਾ ਨਾ, ਤੇ ਆਨੰਦ ਦਾ ਹੀ ਜਨਮ ਹੁੰਦਾ ਹੈ, ਸ਼ਾਂਤੀ ਹੀ ਮਿਲਦੀ ਹੈ। ਕਿਉਂਕਿ ਇਸ ਮਾਰਗ 'ਤੇ ਤੁਰਿਆ ਹੀ ਸ਼ਾਂਤੀ ਹੈ। ਪਦਾਰਥਾਂ ਦੇ ਮਾਰਗ 'ਤੇ ਤੁਰਿਆ ਤਾਂ ਸਤਿਗੁਰ ਕਹਿੰਦੇ ਨੇ, ਜਿਨ੍ਹਾਂ ਨੇ ਰੱਬ ਦੀ ਸਿਫਤ ਭੁਲਾਈ ਨਾ, ਜੀਓ ਤਪਤ ਹੈ ਬਾਰੋ ਬਾਰ, ਤਬ ਤਬ ਖਪੈ ਬਹੁਤ ਬੇਕਾਰ। ਜੈਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲਾਏ। ਉਹ ਬਿਲਕਦੇ ਨੇ, ਬਾਣੀ ਭੁੱਲ ਗਈ ਉਹਨਾਂ ਨੂੰ, ਪਰਮਾਤਮਾ ਦੀ ਸਿਫਤ ਭੁੱਲ ਗਈ। ਇਸ ਕਰਕੇ ਸਤਿਗੁਰ ਕਹਿੰਦੇ ਜਿਵੇਂ ਜਿਵੇਂ ਸਿਫਤ ਕਰੇਗਾ, ਅਕਥ ਕਹਾਣੀ ਕਰੇਗਾ ਪਰਮਾਤਮਾ ਦੀ, ਹਿਰਦੇ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਰੂਹ ਚੱਲ ਪਏਗੀ। ਹਿਰਦੈ ਹਰ 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 ਤੁਨ ਉਪਜੀ, ਹਰ ਜਪੀਐ ਮਸਤਕ ਭਾਗ ਜੀਓ। ਇਹ ਮਹਾਰਾਜ ਕਹਿੰਦੇ, ਹੇ ਭਾਈ, ਜਿਵੇਂ ਜਿਵੇਂ ਤੂੰ ਨਾਮ ਜਪੇਂਗਾ ਨਾ, ਤੇ ਮਸਤਕ ਭਾਗ ਜੀਓ, ਤੇਰੇ ਮੱਥੇ ਦੇ ਭਾਗ ਜਿਹੜੇ ਨੇ ਚੰਗੇ ਬਣ ਜਾਣਗੇ, ਤੇਰੇ ਮੱਥੇ ਦੇ ਭਾਗ ਜਾਗ ਪੈਣਗੇ। ਲੋਕ ਕਹਿੰਦੇ ਨਾ ਮੇਰੇ ਭਾਗ ਚੰਗੇ ਨਹੀਂ ਹਨ। ਸਾਧੂ ਕਹਿੰਦੇ ਤੂੰ ਨਾਮ ਜਪਣਾ ਸ਼ੁਰੂ ਕਰ ਦੇ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਕੁੰਟ ਮਾਨੈ। ਚੌਕੁੰਟ ਦੇ ਵਿੱਚ ਲੋਕ ਮੰਨਣਾ ਸ਼ੁਰੂ ਕਰ ਦਿੰਦੇ ਨੇ। ਮੱਥੇ ਦੇ ਭਾਗ ਵਾਲਾ, ਤੇਰੇ ਸਾਰੇ ਸਰੀਰ ਦਾ, ਸਾਰਾ ਜੀਵਨ ਦੇ ਭਾਗ ਜਾਗ ਪੈਣਗੇ। ਤੂੰ ਮੱਥੇ ਦੀਆਂ ਗੱਲਾਂ ਕਰਦਾ, ਤੂੰ ਲਕੀਰਾਂ ਦੀਆਂ ਗੱਲਾਂ ਕਰਦਾ। ਸਾਧੂ ਕਹਿੰਦੇ ਤੇਰੀ ਸਾਰੀਆਂ ਲਕੀਰਾਂ ਆਪੇ ਬਣਾ ਦੇਗਾ। ਗੁਰਬਾਣੀ ਨੇ ਤਾਂ ਸਾਨੂੰ ਇਤਨਾ ਉੱਚਾ ਸਿਧਾਂਤ ਦਿੱਤਾ। ਇੱਕ ਵਿਦਵਾਨ ਕਹਿੰਦੇ ਇਹ ਹਾਥੋਂ ਕੀ ਲਕੀਰੋਂ ਪਰ ਯਕੀਨ ਕਰਨੇ ਵਾਲੋਂ, ਕਰਮ ਉਨਕੇ ਵੀ ਹੋਤੇ हैं जिनके हाथ नहीं होते। ਤੁਸੀਂ ਹੱਥਾਂ ਦੀ ਲਕੀਰਾਂ 'ਤੇ ਯਕੀਨ ਕਰਦੇ ਜੇ, ਕਹਿੰਦੇ ਉਹਨਾਂ ਦੇ ਵੀ ਕਰਮ ਨਾਲ ਤੁਰੇ ਆ ਰਹੇ ਜਿਨ੍ਹਾਂ ਦੇ ਹੱਥ ਹੀ ਨਹੀਂ ਹਨ। ਕਿ ਉਹਨਾਂ ਦੇ ਕਰਮ ਨਹੀਂ ਹਨ? ਮੈਂ ਤਾਂ ਵੱਡੇ ਵੱਡੇ ਕਾਮਯਾਬ ਇੱਕ ਬੰਦਾ ਮੈਂ ਨਿਊਜ਼ੀਲੈਂਡ ਦਾ ਵੇਖਿਆ, ਉਹਦੇ ਹੱਥ ਵੀ ਦੋਵੇਂ ਨਹੀਂ, ਦੋਵੇਂ ਪੈਰ ਵੀ ਨਹੀਂ। ਬਾਸਕਟਬਾਲ ਦਾ ਬਹੁਤ ਵੱਡਾ ਖਿਡਾਰੀ ਹੈ, ਤੈਰਾਕੀ ਉਹ ਜਾਣਦਾ, ਸਾਰੇ ਕੰਮ ਕਰ ਲੈਂਦੇ। ਮੈਂ ਤਾਂ ਹੈਰਾਨ ਹੋਇਆ ਦੇਖ ਕੇ ਬੰਦੇ ਨੂੰ, ਕਿ ਐਡੇ ਗੁਣ ਪਰਮਾਤਮਾ ਨੇ ਦਿੱਤੇ। ਹੱਥ ਕੋਈ ਨਹੀਂ, ਦੋਵੇਂ ਹੱਥ ਨਹੀਂ, ਦੋਵੇਂ ਪੈਰ ਨਹੀਂ, ਕਿ ਉਹਦੇ ਕਰਮ ਨਹੀਂ ਹਨ? ਔਰ ਆਮ ਬੰਦਾ ਨਹੀਂ, ਬੜਾ ਅਮੀਰ ਬੰਦਾ ਹੈ, ਬੜਾ ਧਨ ਇਕੱਠਾ ਕੀਤਾ ਉਸਨੇ। ਅਸੀਂ ਕਹਿੰਦੇ